ਕਦੀ ਸੋਚਿਆ ਹੈ ਕਿ ਸਾਡੇ ਪ੍ਰਾਚੀਨ ਗ੍ਰੰਥ ਸਿਰਫ ਪੂਜਾ ਦੀਆਂ ਕਿਤਾਬਾਂ ਹੀ ਨਹੀਂ, ਬਲਕਿ ਇੱਕ ਪੂਰੀ ਸੱਭਿਅਤਾ ਨੂੰ ਚਲਾਉਣ ਵਾਲਾ ਇੱਕ ਸੋਰਸ ਕੋਡ ਹੋ ਸਕਦੇ ਹਨ? ਇਸ ਵਾਰ ਅਸੀਂ ਵੇਦਾਂ ਨੂੰ ਇਸੇ ਹੈਰਾਨ ਕਰਨ ਵਾਲੇ ਨਜ਼ਰੀਏ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹੀ ਉਹ ਵੱਡਾ ਸਵਾਲ ਹੈ ਜੋ ਇਸ ਸਾਰੀ ਕਹਾਣੀ ਦੀ ਜੜ ਹੈ। ਜੇ ਅਸੀਂ ਵੇਦਾਂ ਨੂੰ ਇੱਕ ਆਧੁਨਿਕ ਆਪਰੇਟਿੰਗ ਸਿਸਟਮ ਵਾਂਗ ਦੇਖੀਏ ਤਾਂ ਸਵਾਲ ਇਹ ਉੱਠਦਾ ਹੈ ਕਿ ਇਹ ਕੰਮ ਕਿਵੇਂ ਕਰਦਾ ਸੀ ਤੇ ਇਸ ਨੂੰ ਬਣਾਇਆ ਕਿਸ ਨੇ ਸੀ। ਦੇਖੋ, ਵੇਦ ਇੱਕ ਤਰ੍ਹਾਂ ਨਾਲ ਸਮਾਜ ਦੇ ਬੁਨਿਆਦੀ ਵਿਸ਼ਵਾਸਾਂ ਤੇ ਰੀਤੀ ਰਿਵਾਜਾਂ ਦਾ ਸੰਗ੍ਰਹਿ ਸਨ, ਪਰ ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਕੋਡ ਹਜ਼ਾਰਾਂ ਸਾਲਾਂ ਤੱਕ ਬਿਨਾਂ ਲਿਖੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਬਿਲਕੁਲ ਸਹੀ ਕਿਵੇਂ ਪਹੁੰਚਿਆ। ਇਸ ਦਾ ਜਵਾਬ ਇੱਕ ਬਹੁਤ ਹੀ ਕਮਾਲ ਦੀ ਤਕਨੀਕ ਵਿੱਚ ਛੁਪਿਆ ਹੈ, ਜਿਸ ਨੂੰ ਅਸੀਂ ਅੱਜ ਦੀ ਭਾਸ਼ਾ ਵਿੱਚ ਹਿਊਮਨ ਬਲੌਕਚੇਨ ਕਹਿ ਸਕਦੇ ਹਾਂ। ਸੋਚ ਕੇ ਦੇਖੋ, ਪਹਿਲਾਂ ਤਾਂ ਗਿਆਨ ਨੂੰ ਵੱਖ-ਵੱਖ ਪਰਿਵਾਰਾਂ ਯਾਨੀ ਸ਼ਾਖਾਵਾਂ ਵਿੱਚ ਵੰਡ ਦਿੱਤਾ ਗਿਆ ਤਾਂ ਕਿ ਕੋਈ ਇੱਕ ਵਿਅਕਤੀ ਜਾਂ ਸਮੂਹ ਇਸ ਨੂੰ ਬਦਲ ਨਾ ਸਕੇ। ਫਿਰ ਇਸ ਨੂੰ ਯਾਦ ਰੱਖਣ ਲਈ ਬਹੁਤ ਹੀ ਗੁੰਝਲਦਾਰ ਤਰੀਕੇ ਅਪਣਾਏ ਗਏ। ਮੰਤਰਾਂ ਨੂੰ ਸਿੱਧਾ, ਫਿਰ ਪੁੱਠਾ, ਫਿਰ ਸ਼ਬਦਾਂ ਨੂੰ ਤੋੜ-ਜੋੜ ਕੇ ਪੜ੍ਹਿਆ ਜਾਂਦਾ ਸੀ। ਇਸ ਤਰ੍ਹਾਂ ਇਸ ਵਿੱਚ ਇੱਕ ਵੀ ਅੱਖਰ ਬਦਲਣਾ ਲਗਭਗ ਨਾਮੁਮਕਿਨ ਹੋ ਗਿਆ ਸੀ। ਤਾਂ ਫਿਰ ਇਸ ਸੋਰਸ ਕੋਡ ਦਾ ਸਭ ਤੋਂ ਪਹਿਲਾ ਸੰਸਕਰਣ ਯਾਨੀ ਵਰਜ਼ਨ 1.0 ਕੀ ਸੀ? ਖੈਰ, ਉਹ ਸੀ ਰਿਗਵੇਦ। ਆਓ ਦੇਖੀਏ ਕਿ ਇਸ ਆਪਰੇਟਿੰਗ ਸਿਸਟਮ ਦਾ ਮਕਸਦ ਕੀ ਸੀ। ਰਿਗਵੇਦ ਸਭ ਤੋਂ ਪੁਰਾਣਾ ਵੇਦ ਸਾਨੂੰ ਸਿੱਧਾ ਉਸ ਸਮੇਂ ਦੇ ਲੋਕਾਂ, ਖਾਸ ਕਰਕੇ ਪੰਜਾਬ ਵਿੱਚ ਰਹਿਣ ਵਾਲੇ ਅੰਗਿਰਸ ਕਬੀਲੇ ਦੇ ਦਿਮਾਗ ਦੇ ਅੰਦਰ ਛਾਤ ਮਾਰਨ ਦਾ ਮੌਕਾ ਦਿੰਦਾ ਹੈ। ਇਹ ਉਹਨਾਂ ਦੀ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਸੀ। ਤੇ ਇਸ ਆਪਰੇਟਿੰਗ ਸਿਸਟਮ ਦਾ ਹੀਰੋ ਇੰਦਰ ਕੋਈ ਸ਼ਾਂਤ ਸੁਭਾਅ ਵਾਲਾ ਦੇਵਤਾ ਨਹੀਂ ਸੀ। ਬਿਲਕੁਲ ਨਹੀਂ। ਉਹ ਤਾਂ ਇੱਕ ਯੋਧਾ ਰਾਜਾ ਸੀ ਜੋ ਆਪਣੀ ਮਰਜ਼ੀ ਤੇ ਤਾਕਤ ਲਈ ਜਾਣਿਆ ਜਾਂਦਾ ਸੀ। ਥੋੜਾ ਗੁੱਸੇ ਵਾਲਾ, ਕਈ ਵਾਰ ਹਿੰਸਕ ਵੀ, ਪਰ ਲੋਕ ਉਸ ਦੀ ਪੂਜਾ ਕਰਦੇ ਸਨ ਕਿਉਂਕਿ ਇੱਕ ਗੱਲ ਪੱਕੀ ਸੀ, ਉਹ ਕੰਮ ਪੂਰਾ ਕਰਦਾ ਸੀ। ਇਹ ਉਸ ਸਮਾਜ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਜਿੱਥੇ ਨਤੀਜਿਆਂ ਦੀ ਅਹਿਮੀਅਤ ਸੀ। ਪਰ ਜਿਵੇਂ ਕਿਸੇ ਵੀ ਸੌਫਟਵੇਅਰ ਨੂੰ ਸਮੇਂ ਨਾਲ ਅਪਡੇਟ ਦੀ ਲੋੜ ਪੈਂਦੀ ਹੈ, ਉਸੇ ਤਰ੍ਹਾਂ ਸਮਾਜ ਬਦਲਣ ਨਾਲ ਇਸ ਕੋਡ ਨੂੰ ਵੀ ਬਦਲਣਾ ਪਿਆ। ਇੱਕ ਅਪਡੇਟ ਆਇਆ ਯਜੁਰਵੇਦ, ਤੇ ਇਸ ਦੇ ਨਾਲ ਹੀ ਇੱਕ ਹੋਰ ਵਿਚਾਰਧਾਰਾ, ਇੱਕ ਪੈਰਲਲ ਕੋਡ ਵੀ ਚੱਲ ਰਿਹਾ ਸੀ, ਅਥਰਵਵੇਦ। ਹੋਇਆ ਇਹ ਹੈ ਕਿ ਵੈਦਿਕ ਲੋਕ ਪੰਜਾਬ ਦੇ ਮੈਦਾਨਾਂ ਤੋਂ ਗੰਗਾ ਦੇ ਕਿਨਾਰੇ ਜਾ ਵਸੇ। ਹੁਣ ਖਾਨਾਬਦੋਸ਼ ਜ਼ਿੰਦਗੀ ਖਤਮ ਹੋ ਗਈ ਸੀ ਤੇ ਖੇਤੀ ਸ਼ੁਰੂ ਹੋ ਗਈ ਸੀ, ਜਿਸ ਲਈ ਨਿਯਮਾਂ ਤੇ ਸਥਿਰਤਾ ਦੀ ਲੋੜ ਸੀ। ਇੱਥੇ ਯਜੁਰਵੇਦ ਕੰਮ ਆਇਆ। ਇਹ ਇੱਕ ਤਰ੍ਹਾਂ ਦਾ ਮੈਨੂਅਲ ਸੀ ਜਿਸ ਵਿੱਚ ਬ੍ਰਹਮੰਡੀ ਵਿਵਸਥਾ ਬਣਾਈ ਰੱਖਣ ਲਈ ਗੁੰਝਲਦਾਰ ਯੱਗ ਤੇ ਰੀਤੀ ਰਿਵਾਜਾਂ ਦਾ ਵੇਰਵਾ ਸੀ। ਤੇ ਇੱਥੇ ਹੀ ਸਾਨੂੰ ਦੋ ਵੱਡੀਆਂ ਵਿਚਾਰਧਾਰਾਵਾਂ ਦੀ ਟੱਕਰ ਦੇਖਣ ਨੂੰ ਮਿਲਦੀ ਹੈ। ਇੱਕ ਪਾਸੇ ਸਨ ਅੰਗਿਰਸ, ਜਿਨ੍ਹਾਂ ਦਾ ਜ਼ੋਰ ਰਿਗਵੇਦ ਤੇ ਸੀ। ਉਹ ਦੇਵਾਂ ਨੂੰ ਪੂਜਦੇ ਸਨ ਜੋ ਇੱਛਾ ਤੇ ਸ਼ਕਤੀ ਦੇ ਪ੍ਰਤੀਕ ਸਨ। ਦੂਜੇ ਪਾਸੇ ਸਨ ਭ੍ਰਿਗੂ, ਜਿਨ੍ਹਾਂ ਨੇ ਅਥਰਵਵੇਦ ਨੂੰ ਰੂਪ ਦਿੱਤਾ। ਉਹ ਅਸੁਰਾਂ ਨੂੰ ਪੂਜਦੇ ਸਨ ਜੋ ਵਿਵਸਥਾ, ਸਥਿਰਤਾ ਤੇ ਸ਼ੁੱਧਤਾ ਦੇ ਦੇਵਤੇ ਸਨ। ਇਹ ਵਿਚਾਰਧਾਰਕ ਲੜਾਈ ਸਿਰਫ ਰਿਸ਼ੀਆਂ ਦੀ ਨਹੀਂ ਸੀ, ਇਹ ਉਹਨਾਂ ਦੇ ਸਭ ਤੋਂ ਵੱਡੇ ਦੇਵਤਿਆਂ ਦੀ ਵੀ ਸੀ। ਇੱਕ ਪਾਸੇ ਇੰਦਰ ਤੇ ਦੂਜੇ ਪਾਸੇ ਵਰੁਣ। ਇਹ ਦੋਵੇਂ ਇੱਕ ਦੂਜੇ ਤੋਂ ਬਿਲਕੁਲ ਉਲਟ ਸਨ, ਜਿਵੇਂ ਦਿਨ ਤੇ ਰਾਤ। ਇੰਦਰ ਸੀ ਬੇਲਗਾਮ ਇੱਛਾ ਸ਼ਕਤੀ, ਤੂਫਾਨ ਵਰਗਾ, ਤੇ ਦੂਜੇ ਪਾਸੇ ਵਰੁਣ ਸੀ ਬ੍ਰਹਮੰਡੀ ਵਿਵਸਥਾ ਦਾ ਰਖਵਾਲਾ, ਇੱਕ ਸ਼ਾਂਤ ਤੇ ਸਭ ਕੁਝ ਦੇਖਣ ਵਾਲਾ ਨਿਆਂਕਾਰ। ਇਹ ਦੋ ਬਿਲਕੁਲ ਵੱਖਰੀਆਂ ਦੁਨੀਆਵਾਂ ਸਨ। ਤੇ ਇਸ ਟਕਰਾਅ ਦਾ ਨਤੀਜਾ ਕੋਈ ਛੋਟੀ-ਮੋਟੀ ਗੱਲ ਨਹੀਂ ਸੀ। ਇਸ ਨੇ ਇਤਿਹਾਸ ਦੇ ਸੋਰਸ ਕੋਡ ਵਿੱਚ ਇੱਕ ਬਹੁਤ ਵੱਡੀ ਦਰਾੜ ਪਾ ਦਿੱਤੀ, ਇੱਕ ਐਸਾ ਮੋੜ ਜਿਸ ਨੇ ਦੋ ਬਿਲਕੁਲ ਵੱਖਰੇ ਰਸਤੇ ਬਣਾ ਦਿੱਤੇ, ਇੱਕ ਵਿਚਾਰਧਾਰਕ ਫੋਰਕ। ਤਾਂ ਫਿਰ ਵਰੁਣ ਤੇ ਉਸ ਦੀ ਵਿਵਸਥਾ ਵਾਲੀ ਵਿਚਾਰਧਾਰਾ ਦਾ ਕੀ ਬਣਿਆ? ਖੈਰ, ਇਸ ਦੇ ਦੋ ਰਸਤੇ ਨਿਕਲੇ। ਭਾਰਤ ਵਿੱਚ ਉਸ ਦੇ ਗੁਣ ਬਾਅਦ ਵਿੱਚ ਭਗਵਾਨ ਵਿਸ਼ਨੂੰ ਦੇ ਸਰੂਪ ਵਿੱਚ ਸਮਾ ਗਏ। ਪਰ ਇੱਕ ਹੋਰ ਸਮੂਹ ਜੋ ਭ੍ਰਿਗੂ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ, ਪੱਛਮ ਵੱਲ ਯਾਨੀ ਫਾਰਸ ਵੱਲ ਚਲਾ ਗਿਆ ਤੇ ਉੱਥੇ ਵਰੁਣ ਦਾ ਸਿਧਾਂਤ ਇੱਕ ਬਿਲਕੁਲ ਨਵੇਂ ਧਰਮ ਦਾ ਆਧਾਰ ਬਣਿਆ। ਪਰ ਕੀ ਇਸ ਗੱਲ ਦਾ ਕੋਈ ਠੋਸ ਸਬੂਤ ਹੈ? ਹਾਂ, ਬਿਲਕੁਲ ਹੈ। ਤੇ ਸਬੂਤ ਇੰਨਾ ਹੈਰਾਨ ਕਰਨ ਵਾਲਾ ਹੈ ਕਿ ਉਹ ਨਾਮਾਂ ਦੇ ਅੰਦਰ ਹੀ ਲੁਕਿਆ ਹੋਇਆ ਹੈ। ਧਿਆਨ ਨਾਲ ਦੇਖੋ, ਵੈਦਿਕ ਸੰਸਕ੍ਰਿਤ ਵਿੱਚ ਇੱਕ ਸ਼ਬਦ ਹੈ ਅਸੁਰ ਮੇਧਸ, ਜਿਸ ਦਾ ਮਤਲਬ ਹੈ ਬੁੱਧੀਮਾਨ ਪ੍ਰਭੂ। ਹੁਣ ਜ਼ੋਰਾਸਟਰੀਅਨ ਧਰਮ ਦੇ ਗ੍ਰੰਥ ਅਵੇਸਤਾ ਵੱਲ ਦੇਖੋ, ਉੱਥੇ ਸਭ ਤੋਂ ਵੱਡੇ ਪਰਮਾਤਮਾ ਦਾ ਨਾਮ ਹੈ ਅਹੋਰਾ ਮਜ਼ਦਾ, ਜਿਸ ਦਾ ਮਤਲਬ ਵੀ ਬੁੱਧੀਮਾਨ ਪ੍ਰਭੂ ਹੀ ਹੈ। ਅਸੁਰ ਬਣ ਗਿਆ ਅਹੋਰਾ ਤੇ ਮੇਧਸ ਬਣ ਗਿਆ ਮਜ਼ਦਾ, ਸੰਬੰਧ ਬਿਲਕੁਲ ਸਾਫ਼ ਹੈ। ਪਰ ਜੇ ਤੁਹਾਨੂੰ ਉਹ ਸਬੂਤ ਚਾਹੀਦਾ ਹੈ ਜਿਸ ਨੂੰ ਕੋਈ ਛੁਟਲਾ ਨਾ ਸਕੇ, ਅਸਲ ਪੱਕਾ ਸਬੂਤ, ਤਾਂ ਉਹ ਵੀ ਮੌਜੂਦ ਹੈ। ਇਹ ਨੰਬਰ 44ਵਾਂ। ਜ਼ੋਰਾਸਟਰੀਅਨ ਗ੍ਰੰਥਾਂ ਵਿੱਚ ਉਹਨਾਂ ਦੇ ਪਰਮਾਤਮਾ ਅਹੋਰਾ ਮਜ਼ਦਾ ਦੇ 101 ਨਾਂ ਦੱਸੇ ਗਏ ਹਨ ਅਤੇ ਉਸ ਸੂਚੀ ਵਿੱਚ 44ਵਾਂ ਨਾਂ ਸਾਫ਼-ਸਾਫ਼ ਵਰੁਣ ਲਿਖਿਆ ਹੋਇਆ ਹੈ। ਇਸ ਤੋਂ ਬਾਅਦ ਤਾਂ ਕੋਈ ਸ਼ੱਕ ਰਹਿ ਹੀ ਨਹੀਂ ਜਾਂਦਾ, ਸਬੰਧ ਸਿੱਧਾ ਤੇ ਅਟਲ ਹੈ।
ਤਾਂ ਆਓ ਹੁਣ ਦੇਖੀਏ ਕਿ ਇਸ ਇੱਕ ਪ੍ਰਾਚੀਨ ਵਿਚਾਰਧਾਰਕ ਵੰਡ ਨੇ ਆਉਣ ਵਾਲੇ ਹਜ਼ਾਰਾਂ ਸਾਲਾਂ ਲਈ ਦੁਨੀਆ ਨੂੰ ਕਿਵੇਂ ਬਦਲ ਕੇ ਰੱਖ ਦਿੱਤਾ। ਇਸ ਵੰਡ ਦੇ ਨਤੀਜੇ ਬਹੁਤ ਵੱਡੇ ਸਨ। ਭਾਰਤੀ ਮਾਰਗ ਨੇ ਇੱਕ ਅਜਿਹੀ ਪਰੰਪਰਾ ਬਣਾਈ ਜਿੱਥੇ ਬਹੁਤ ਸਾਰੇ ਦੇਵਤੇ ਇੱਕ ਹੀ ਸੱਚ ਦੇ ਵੱਖ-ਵੱਖ ਰੂਪਾਂ ਵਜੋਂ ਸਵੀਕਾਰੇ ਜਾਂਦੇ ਹਨ। ਦੂਜੇ ਪਾਸੇ ਫਾਰਸੀ ਮਾਰਗ ਨੇ ਦੁਨੀਆ ਦੇ ਸਭ ਤੋਂ ਪਹਿਲੇ ਵੱਡੇ ਏਕੀਸ਼ਵਰਵਾਦੀ ਧਰਮਾਂ ਵਿੱਚੋਂ ਇੱਕ ਦੀ ਨੀਂਹ ਰੱਖੀ, ਇੱਕ ਪ੍ਰਮਾਤਮਾ ਦੀ ਧਾਰਨਾ, ਜਿਸ ਨੇ ਅੱਗੇ ਜਾ ਕੇ ਯਹੂਦੀ, ਈਸਾਈ ਅਤੇ ਇਸਲਾਮ ਧਰਮ ਨੂੰ ਡੂੰਘਾ ਪ੍ਰਭਾਵਿਤ ਕੀਤਾ। ਤੇ ਅੰਤ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੁਨੀਆ ਦੇ ਇਤਿਹਾਸ ਨੂੰ ਬਦਲਣ ਵਾਲੀ ਇਹ ਮਹਾਨ ਵੰਡ ਕਿਸੇ ਜੰਗ ਦੇ ਮੈਦਾਨ ਵਿੱਚ ਤਲਵਾਰਾਂ ਨਾਲ ਨਹੀਂ ਹੋਈ ਸੀ। ਇਹ ਤਾਂ ਦੋ ਰਿਸ਼ੀ ਕਬੀਲਿਆਂ ਵਿਚਾਲੇ ਦੋ ਬਹੁਤ ਹੀ ਤਾਕਤਵਰ ਵਿਚਾਰਾਂ ਦੀ ਬਹਿਸ ਨਾਲ ਸ਼ੁਰੂ ਹੋਈ ਸੀ। ਇੱਕ ਪਾਸੇ ਸੀ ਮਨੁੱਖੀ ਇੱਛਾ ਦੀ ਬੇਲਗਾਮ ਤਾਕਤ ਤੇ ਦੂਜੇ ਪਾਸੇ ਸੀ ਬ੍ਰਹਿਮੰਡੀ ਨਿਯਮਾਂ ਦੀ ਸ਼ਾਂਤ ਸ਼ਕਤੀ।